ਅਪਾਹਿਜ ਆਪਾਂ ਉਹਨੂੰ ਅਪਾਹਿਜ ਨਹੀਂ ਕਹਿ ਸਕਦੇ। ਜੇ ਆਪਾਂ ਦਿਮਾਗ ਤੋਂ ਕੰਮ ਲੈਂਦੇ ਆਪਾਂ ਆਪਦਾ ਹੌਸਲਾ ਬੁਲੰਦ ਰੱਖਦੇ ਹਾਂ, ਜੋਸ਼ ਨਾਲ, ਜੋਸ਼ ਕਦੇ ਆਪਾਂ ਆਪਦਾ ਠੰਡਾ ਨਹੀਂ ਪੈਣ ਦਿੰਦੇ, ਠੀਕ ਹੈ, ਹਿੰਮਤ ਨਹੀਂ ਹਾਰਦੇ, ਤੇ ਆਪਾਂ ਉਹ ਬੰਦੇ ਨੂੰ ਅਪਾਹਿਜ ਨਹੀਂ ਕਹਿ ਸਕਦੇ। ਅਪਾਹਿਜ ਠੀਕ ਆ, ਮੇਰੀਆਂ ਦੋ ਲੱਤਾਂ ਕੰਮ ਨਹੀਂ ਕਰਦੀਆਂ, ਪਰ ਮੈਨੂੰ ਇੰਨਾ ਕੁ ਆਪਣੇ ਆਪ 'ਤੇ ਮਾਣ ਆ ਕਿ ਮੇਰੇ ਅੱਗੇ ਕੋਈ ਕੰਮ ਨਾ ਅੜਿਆ ਤੇ ਨਾ ਮੈਂ ਅੜਨ ਦੇਣਾ ਆਉਣ ਵਾਲੇ ਟਾਈਮ 'ਚ। ਬਾਕੀ ਲੋਕ ਕੀ ਹੁੰਦੇ ਆ ਕਿ ਆਪਣੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਆ, ਆਪਾਂ ਹਿੰਮਤ ਖੁਦ ਦੇਣੀ ਆਪਣੇ ਆਪ ਨੂੰ। ਉਹ ਮੈਂ ਕਦੀ ਡਾਊਨ ਨਹੀਂ ਹੋਣ ਦਿੱਤੀ, ਉਹ ਆਪੇ ਰਹੂਗੀ। ਲੱਤਾਂ ਤੁਹਾਡੀਆਂ ਨਹੀਂ ਕੰਮ ਕਰਦੀਆਂ, ਪਰ ਗੱਡੀ ਕਿਵੇਂ ਚਲਾ ਲੈਂਦੇ? ਇਹੋ ਜਿਹਾ ਕਿਹੜਾ ਸਿਸਟਮ ਫਿੱਟ ਕੀਤਾ ਹੈ ਜਾਂ ਕਿਹੜਾ ਇਹੋ ਜਿਹਾ ਪੁਰਜਾ ਤੁਸੀਂ ਫਿੱਟ ਕੀਤਾ ਵਿੱਚ ਵੀ ਤੁਸੀਂ ਸਾਰੇ ਹੀ ਜੋ ਕੰਟਰੋਲ ਹੈ ਹੱਥਾਂ ਦੇ ਨਾਲ ਹੀ ਕਰਨੇ ਹੋ? ਸਰ ਇੱਦਾਂ ਸੀਗਾ ਕਿ ਜਿਹੜਾ ਡਰਾਈਵ ਕਰਨ ਦਾ ਮੈਨੂੰ ਬਹੁਤ ਜਨੂੰਨ ਆ। ਡਰਾਈਵ ਅੱਜ ਵੀ ਕਰਾ ਲਓ ਭਲਾ, ਮੈਂ ਤਾਂ ਸਾਰੀ ਦਿਹਾੜੀ ਗੱਡੀ ਚਲਾ ਲਓ, ਡਰਾਈਵ ਕਰਨ ਦਾ ਇੰਨਾ ਜਨੂੰਨ ਆ। ਨੀਚੇ ਨੂੰ ਨੱਪਿਆ ਕਲੱਚ, ਇਸੇ ਹੈਂਡਲ ਨੂੰ ਆਪਾਂ ਅੰਦਰ ਨੂੰ ਮੂਵ ਕਰਾਂਗੇ, ਦੇਖੋ ਬ੍ਰੇਕ ਲੱਗ ਰਹੀ ਹੈ, ਤੇ ਇਸੇ ਜੋ ਇਹ ਮੁੱਠਾ ਹੈ ਇਹਨੂੰ ਆਪਾਂ ਮਰੋੜਾਂਗੇ ਤਾਂ ਰੇਸ, ਦੇਖੋ ਰੇਸ, ਠੀਕ ਹੈ, ਕਲੱਚ, ਬ੍ਰੇਕ, ਰੇਸ, ਜਾਣੀ ਕਿ ਤਿੰਨੋਂ ਸਿਸਟਮ ਇਸੇ ਹੈਂਡਲ 'ਚ। ਆਹੋ, ਤੁਸੀਂ ਡਰਾਈਵ ਕਰਕੇ ਦਿਖਾਓਗੇ? ਹਾਂਜੀ ਜ਼ਰੂਰ ਡਰਾਈਵ ਕਰਕੇ ਦਿਖਾਵਾਂਗੇ ਜੀ। ਤਾਂ ਨਿਰਮਲ ਜੀ ਖੁਦ ਗੱਡੀ ਡਰਾਈਵ ਕਰ ਰਹੇ ਨੇ। ਆਪਾਂ ਨੂੰ ਪਤਾ ਕਿ ਪੂਰੇ ਭਾਰਤ ਵਿੱਚ ਜੇ ਕੋਈ ਹੈਂਡੀਕੈਪਟ ਤਾਂ ਉਸ ਨੂੰ ਲਾਇਸੈਂਸ ਨਹੀਂ ਮਿਲਦਾ, ਪਰ ਲਾਇਸੈਂਸ ਇਹਨਾਂ ਨੂੰ ਮਿਲਿਆ ਹੋਇਆ ਆਰਟੀ ਵੱਲੋਂ, ਗੱਡੀ ਚਲਾ ਸਕਦੇ ਨੇ। ਤਾਂ ਬਚਪਨ ਤੋਂ ਇਹ ਹੈਂਡੀਕੈਪ ਨਹੀਂ ਸਨ, ਬਚਪਨ ਤੋਂ ਇਹਨਾਂ ਦੀਆਂ ਲੱਤਾਂ ਜੋ ਖਰਾਬ ਨਹੀਂ ਸਨ। ਬਸ ਘਰਦਿਆਂ ਨੇ ਬਹੁਤ ਇਲਾਜ ਕਰਾਇਆ, ਲੇਕਿਨ ਮੇਰੀ ਕਿਸਮਤ ਨੇ ਕਹਿੰਦੇ ਦੇ ਵੀ ਸਾਥ ਨਹੀਂ ਦਿੱਤਾ। ਲਾਇਸੈਂਸ ਕਿਵੇਂ ਅਪਲਾਈ ਕਰਤਾ? ਕਿਉਂਕਿ ਆਪਾਂ ਨੂੰ ਪਤਾ ਹੈ ਵੀ ਭਾਰਤ ਵਿੱਚ ਹੈਂਡੀਕੈਪ ਨੂੰ ਲਾਇਸੈਂਸ ਨਹੀਂ ਮਿਲਦਾ ਗੱਡੀ ਚਲਾਉਣ ਦਾ, ਫਿਰ ਤੁਸੀਂ ਕਿਵੇਂ ਅਪਲਾਈ ਕੀਤਾ? ਤੁਹਾਨੂੰ ਲਾਇਸੈਂਸ ਮਿਲ ਕਿਵੇਂ? ਫਾਈਲ ਭਰੀ, ਟਰਾਈ ਲਈ, ਮਾਰਕੀਟ 'ਚ ਵੀ ਟਰਾਈ ਲਈ ਉਹਨਾਂ ਨੇ, ਮੇਰੀ ਪੂਰੀ ਸਖਤ ਟਰਾਈ ਲਈ, ਜਿੱਦਾਂ ਤੁਸੀਂ ਨਾਲ ਬੈਠੇ ਹੋਏ ਹੋ ਇੱਦਾਂ ਬੈਠ ਕੇ। ਕਹਿੰਦੇ ਦਿੱਲੀ ਗੇਟ ਜਾਣਾ ਹੈ, ਮੈਂ ਕਿਹਾ ਚਲੋ। ਤੇ ਜਦੋਂ ਲੈ ਉਹਨਾਂ ਨੇ ਦੇਖਿਆ ਵੀ ਗੱਡੀ ਬੰਦਾ ਪ੍ਰੋਪਰ ਚਲਾ ਰਿਹਾ, ਪਤਾ ਹੀ ਨਹੀਂ ਲੱਗਦਾ ਪਿਆ ਬੰਦਾ ਗੱਡੀ ਹੱਥ ਨਾਲ ਚਲਾਉਂਦਾ ਕਿ ਪੈਰਾਂ ਨਾਲ ਚਲਾਉਂਦਾ। ਬੰਦੇ ਦੇ ਵਿੱਚ ਸਬਰ ਨਹੀਂ ਹੈਗਾ, ਪਰ ਜਿਹਦੇ ਵਿੱਚ ਸਬਰ ਆ ਗਿਆ ਸਭ ਕੁਝ ਹੀ ਮਿਲ ਗਿਆ ਜਨਾਬ। ਇਹ ਸਬਰ ਤਾਂ ਹੁੰਦਾ ਨਹੀਂ ਬੰਦੇ, ਚਾਹੇ ਕਿਸੇ ਕੋਲ ਪੂਰੇ ਅੰਗ ਪੈਰ ਹੋਣ, ਉਹ ਕਹਿੰਦੇ ਲੱਖਾਂ ਕਰੋੜਾਂ ਰੁਪਏ ਵੀ ਕਮਾ ਲੈਂਦਾ, ਉਹਦੀ ਆਸ਼ਾਵਾਂ ਖਤਮ, ਇੱਛਾ ਨਹੀਂ ਖਤਮ ਹੁੰਦੀ। ਇੱਛਾਵਾਂ ਠੀਕ ਹੈ ਸਰ, ਇੱਛਾਵਾਂ ਹਰ ਇੱਕ ਬੰਦੇ ਦੀ ਆਪਣੀ ਸੋਚ ਆ, ਪਰ ਪ੍ਰਮਾਤਮਾ 2 ਟਾਈਮ ਦੀ ਰੋਟੀ ਤੇ ਇੱਜ਼ਤ, ਜਿਹੜੇ ਬੰਦੇ ਰਾਹ ਜਾਂਦੇ ਆਪਾਂ ਨੂੰ 10 ਬੰਦੇ ਹੱਥ ਚੱਕਦੇ ਆ ਤੇ 2 ਟਾਈਮ ਦੀ ਆਪਾਂ ਰੋਟੀ ਖਾਂਦੇ ਆ, ਤੇ ਬਾਕੀ ਰਿਸ਼ਤੇਦਾਰ ਵੀ ਫੋਨ ਲਾ ਕੇ ਪੁੱਛਦੇ ਆ ਵੀ ਹਾਂ ਨਿਰਮਲ ਸਿੰਘ ਆਹ ਕੰਮ ਆਪਾਂ ਕਰਨਾ, ਕਿੱਦਾਂ ਕਰੀਏ। ਇਸ ਤੋਂ ਵੱਡੀ ਮਿਹਨਤ ਨਹੀਂ ਲੱਗਦਾ ਕੋਈ ਚੀਜ਼ ਹੋਰ ਹੋਊਗੀ। ਮੈਂ 16-17 ਦੇ ਵਿੱਚ ਇੱਥੇ ਗਿਆ ਸੀ, ਹਿਮਾਚਲ ਸਾਈਡ, ਸ਼ਿਮਲਾ। ਇਸੇ ਗੱਡੀ ਚਲੇ ਗਏ ਸੀ? ਇਸੇ ਗੱਡੀ ਗਏ ਸੀ, ਹਾਂਜੀ। 4 ਦੋਸਤ ਆ ਮੇਰੇ, 3 ਮੁੰਡੇ, 3 ਜਣੇ ਉਹ ਸੀ, ਚੌਥਾ ਮੈਂ ਸੀ, ਅਸੀਂ 2 ਡਰਾਈਵਰ ਸੀ। ਕੋਈ ਹੋਰ ਵਿਅਕਤੀ ਜਾਂ ਮੈਂ ਗੱਡੀ ਚਲਾਣੀ ਹੋਵੇ, ਇਹ ਚਲਾ ਸਕਦੇ ਸੌਖੇ ਤਰੀਕੇ ਨਾਲ ਕਿ ਨਹੀਂ? ਸਰ ਤੁਸੀਂ ਜਿੱਦਾਂ ਮੇਰੇ ਹੱਥ 'ਚ ਕੰਟਰੋਲ ਹੈ, ਤੁਸੀਂ ਹੱਥ ਨਾਲ ਨਹੀਂ ਚਲਾ ਸਕਦੇ, ਕਿਉਂਕਿ ਤੁਹਾਡਾ ਮਾਈਂਡ ਤਾਂ ਸਿਰਫ ਲੱਤਾਂ 'ਚ ਹੀ ਜਾਊਗਾ। ਤੁਸੀਂ ਹੁਣ ਬ੍ਰੇਕ ਲਾਉਣੀ ਹੈ, ਤੁਸੀਂ ਪੈਡਲ ਤੇ ਪੈਰ ਮਾਰਨਾ, ਮੈਂ ਬ੍ਰੇਕ ਲਾਉਣੀ ਹੈ, ਮੈਂ ਹੈਂਡਲ ਨੂੰ ਮੂਵ ਕਰਨਾ। ਔਖਾ ਹੋ ਜਾਊਗਾ ਕੰਮ, ਤੁਹਾਡੇ ਤੋਂ ਗੱਡੀ ਨਹੀਂ ਚੱਲੂਗੀ, ਤੁਸੀਂ ਕਿਤੇ ਠੋਕ ਦੋਗੇ। ਨੌਜਵਾਨ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਸ ਨੇ ਜ਼ਿੰਦਗੀ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਜੀਣਾ ਸਿੱਖ ਲਿਆ। ਹੈਂਡੀਕੈਪਟ ਹੈ ਮੁੰਡਾ, ਪਰ ਇਰਾਦੇ ਤੇ ਹੌਸਲੇ ਬਹੁਤ ਬੁਲੰਦ ਨੇ। ਇਹ ਗੱਡੀ ਹੈ, ਨੌਜਵਾਨ ਗੱਡੀ ਵੀ ਚਲਾ ਲੈਂਦਾ ਤੇ ਸਕੂਟਰ ਵੀ ਚਲਾ ਲੈਂਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੋਈ ਵਿਅਕਤੀ ਜਦੋਂ ਹੈਂਡੀਕੈਪਟ ਹੁੰਦਾ ਜਾਂ ਸਰੀਰਕ ਪੱਖੋਂ ਠੀਕ ਨਹੀਂ ਹੁੰਦਾ ਤਾਂ ਭਾਰਤ ਦੀ ਗੌਰਮੈਂਟ ਉਸ ਨੂੰ ਲਾਇਸੈਂਸ ਨਹੀਂ ਦਿੰਦੀ, ਪਰ ਫਿਰ ਵੀ ਇਸ ਨੌਜਵਾਨ ਨੇ ਗੱਡੀ ਚਲਾਉਣ ਦਾ ਤੇ ਸਕੂਟਰ ਦਾ ਲਾਇਸੈਂਸ ਬਣਵਾਇਆ ਹੋਇਆ ਹੈ। ਤੁਹਾਡੀ ਮੁਲਾਕਾਤ ਵੀ ਕਰਵਾਵਾਂਗੇ ਤੇ ਗੱਡੀ ਮੋਡੀਫਾਈ ਵੀ ਕੀਤੀ ਗਈ ਹੈ। ਕਦੀ ਵੀ ਇਸ ਨੌਜਵਾਨ ਨੇ ਆਪਣੇ ਆਪ ਨੂੰ ਅਪਾਹਿਜ ਨਹੀਂ ਸਮਝਿਆ, ਹੌਸਲੇ ਬੁਲੰਦ ਰਹੇ। ਦੁਕਾਨ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਅੱਜ ਕੰਮ ਕਰ ਰਿਹਾ। ਤੇ ਇੱਕ ਨੌਜਵਾਨ ਨੇ ਹੋਰ ਵੀ ਗੱਲ ਕਹੀ, ਕਹਿੰਦੇ ਵੀ ਦਿਮਾਗ ਦੇ ਤੌਰ ਉੱਤੇ ਮੈਂ ਹੈਂਡੀਕੈਪਟ ਨਹੀਂ ਆ, ਸਰੀਰ ਚਾਹੇ ਮੇਰਾ ਹੈਂਡੀਕੈਪਟ ਹੈ, ਵੀ ਮੇਰਾ ਦਿਮਾਗ ਤੇ ਮੇਰਾ ਜੋਸ਼ ਅੱਜ ਵੀ ਓਨਾ ਤੇ ਮਿਹਨਤ ਦੀ ਕਰਕੇ ਕਮਾਈ ਖਾਣੀ ਹੈ, ਕਿਸੇ ਅੱਗੇ ਹੱਥ ਨਹੀਂ ਫੈਲਾਣਾ। ਤੇ ਸਾਡੇ ਨਾਲ ਨਿਰਮਲ ਸਿੰਘ ਸੰਧੂ ਮੌਜੂਦ ਨੇ ਜੋ ਇਸ ਸਮੇਂ ਗੱਡੀ ਦੇ ਵਿੱਚ ਬੈਠੇ ਹੋਏ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ, ਉਹ ਤੁਹਾਨੂੰ ਦੱਸਾਂਗੇ ਇਹ ਗੱਡੀ ਨੂੰ ਕਿਵੇਂ ਮੋਡੀਫਾਈ ਕੀਤਾ ਹੋਇਆ। ਨੌਜਵਾਨ ਦੇ ਪੈਰ ਜੋ ਨੇ ਉਹ ਕੰਮ ਨਹੀਂ ਕਰਦੇ, ਪਰ ਹੌਸਲੇ ਹੱਲੇ ਵੀ ਬੁਲੰਦ ਨੇ, ਤੇ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਨਿਰਮਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਤੁਹਾਡਾ ਪੰਜਾਬ ਨਿਊਜ਼ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਥੋੜ੍ਹਾ ਟਾਈਮ ਕੱਢਿਆ ਔਰ ਮੇਰਾ
ਮੈਨੂੰ ਮਤਲਬ ਪੱਖ ਰੱਖਣ ਦਾ ਮੌਕਾ ਦਿੱਤਾ। ਠੀਕ ਹੈ ਜੀ। ਹੁਣ ਜਿਵੇਂ ਤੁਸੀਂ ਕਹਿ ਰਹੇ ਸੀ, ਗੱਲਬਾਤ ਵੀ ਕਰ ਰਹੇ ਸੀ ਕਿ ਦਿਮਾਗ ਤੋਂ ਬੰਦਾ ਅਪਾਹਿਜ ਨਹੀਂ ਹੁੰਦਾ, ਸਰੀਰ ਪਿੱਛੋਂ ਤਾਂ ਅਪਾਹਿਜ ਹੋ ਜਾਂਦਾ। ਜੇ ਦਿਮਾਗ ਤੋਂ ਹੀ ਅਪਾਹਿਜ ਹੋ ਗਿਆ, ਸਰੀਰ ਪੱਖੋਂ ਵੀ ਅਪਾਹਿਜ ਹੋ ਗਿਆ। ਸਰ ਜਿਹੜਾ ਸਰੀਰ ਦਾ ਅਪਾਹਿਜ ਆ, ਆਪਾਂ ਉਹਨੂੰ ਅਪਾਹਿਜ ਨਹੀਂ ਕਹਿ ਸਕਦੇ। ਜੇ ਆਪਾਂ ਦਿਮਾਗ ਤੋਂ ਕੰਮ ਲੈਂਦੇ, ਆਪਾਂ ਆਪਦਾ ਹੌਸਲਾ ਬੁਲੰਦ ਰੱਖਦੇ ਹਾਂ, ਜੋਸ਼ ਕਦੇ ਆਪਾਂ ਆਪਦਾ ਠੰਡਾ ਨਹੀਂ ਪੈਣ ਦਿੰਦੇ। ਠੀਕ ਹੈ, ਹਿੰਮਤ ਨਹੀਂ ਹਾਰਦੇ, ਤੇ ਆਪਾਂ ਉਹ ਬੰਦੇ ਨੂੰ ਅਪਾਹਿਜ ਨਹੀਂ ਕਹਿ ਸਕਦੇ। ਠੀਕ ਹੈ ਨਾ, ਕਿ ਅਪਾਹਿਜ ਠੀਕ ਆ, ਮੇਰੀਆਂ 2 ਲੱਤਾਂ ਕੰਮ ਨਹੀਂ ਕਰਦੀਆਂ, ਪਰ ਮੈਨੂੰ ਇੰਨਾ ਕੁ ਆਪਣੇ ਆਪ ਤੇ ਮਾਣ ਆ ਕਿ ਮੇਰੇ ਅੱਗੇ ਕੋਈ ਕੰਮ ਨਾ ਅੜਿਆ ਤੇ ਨਾ ਮੈਂ ਅੜਨ ਦੇਣਾ ਆਉਣ ਵਾਲੇ ਟਾਈਮ 'ਚ। ਕੋਈ ਵੀ ਕੰਮ ਛੋਟਾ ਨਹੀਂ ਲੱਗਦਾ ਜੀ। ਹਿੰਮਤ, ਦਿਲ ਬੰਦੇ ਦਾ ਪੂਰਾ, ਦਿਲ ਇਦਾਂ ਹੋਣਾ ਚਾਹੀਦਾ, ਦਿਮਾਗ ਇਦਾਂ ਹੋਣਾ ਚਾਹੀਦਾ ਕਿ ਹਿੰਮਤ ਅੰਦਰੋਂ ਆਪਾਂ ਨੂੰ। ਬਾਕੀ ਲੋਕ ਕੀ ਹੁੰਦੇ ਆ ਕਿ ਆਪਣੀਆਂ ਲੱਤਾਂ ਖਿੱਚਣ ਵਾਲੇ ਹੁੰਦੇ ਆ, ਆਪਾਂ ਹਿੰਮਤ ਖੁਦ ਦੇਣੀ ਆਪਣੇ ਆਪ ਨੂੰ। ਉਹ ਮੈਂ ਕਦੀ ਡਾਊਨ ਨਹੀਂ ਹੋਣ ਦਿੱਤੀ, ਉਹ ਆਪੇ ਰਹੂਗੀ। ਬਾਈ ਨਾਲ ਚਲਦੇ ਗੱਲਬਾਤ ਕਰਾਂਗੇ, ਆਪਾਂ ਗੱਡੀ ਵੀ ਚਲਾਣਗੇ, ਤੁਹਾਨੂੰ ਦਿਖਾਵਾਂਗੇ। ਅੱਛਾ ਬਾਈ, ਇਹ ਦੱਸ ਦਿਓ, ਜਿਵੇਂ ਤੁਸੀਂ ਹੁਣ ਲੱਤਾਂ ਤੁਹਾਡੀਆਂ ਨਹੀਂ ਕੰਮ ਕਰਦੀਆਂ, ਪਰ ਗੱਡੀ ਕਿਵੇਂ ਚਲਾ ਲੈਂਦੇ? ਇਹੋ ਜਿਹਾ ਕਿਹੜਾ ਸਿਸਟਮ ਫਿੱਟ ਕੀਤਾ ਹੈ, ਜਾਂ ਕਿਹੜਾ ਇਹੋ ਜਿਹਾ ਪੁਰਜਾ ਤੁਸੀਂ ਫਿੱਟ ਕੀਤਾ ਵਿੱਚ ਵੀ ਤੁਸੀਂ ਸਾਰੀ ਜੋ ਕੰਟਰੋਲ ਹੈ ਹੱਥਾਂ ਦੇ ਨਾਲ ਹੀ ਕਰਨੇ ਹੋ? ਸਰ ਇਦਾਂ ਸੀਗਾ ਕਿ ਜਿਹੜਾ ਡਰਾਈਵ ਕਰਨ ਦਾ ਮੈਨੂੰ ਬਹੁਤ ਜਨੂਨ ਆ। ਡਰਾਈਵ ਅੱਜ ਵੀ ਕਰਾ ਲਓ ਭਲਾ, ਮੈਂ ਤਾਂ ਸਾਰੀ ਦਿਹਾੜੀ ਗੱਡੀ ਚਲਾ ਲਓ, ਡਰਾਈਵ ਕਰਨ ਦਾ ਇੰਨਾ ਜਨੂਨ ਆ। ਤੇ ਜਦੋਂ ਮੈਂ ਕਿਸੇ ਦੇ ਨਾਲ ਗੱਡੀ 'ਚ ਬੈਠ ਕੇ ਜਾਂਦਾ ਸੀ ਨਾ, ਮੈਨੂੰ ਇਹ ਹੁੰਦਾ ਸੀਗਾ ਕਿ ਮੈਂ ਉਹ ਚਲਾਉਣ ਵਾਲੇ ਡਰਾਈਵਰ ਨੂੰ ਸਾਈਡ 'ਤੇ ਕਰਕੇ ਖੁਦ ਚਲਾਵਾਂ। ਫਿਰ 16-17 ਦੇ ਵਿੱਚ ਮੈਂ ਇੱਥੋਂ ਮਲੋਟ ਤੋਂ ਆ ਬਾਈਕ ਕੁਲਦੀਪ ਜੰਡੂ, ਉਹ ਇਹ ਮਤਲਬ ਗੱਡੀ ਸਿਸਟਮ ਹੱਥ 'ਚ ਕਰਕੇ ਦਿੰਦੇ ਆ। ਇਹ ਦੱਸੋ ਵੀ ਕਿਵੇਂ ਕੀਤੇ ਸਾਰਾ ਗੱਡੀ ਹੱਥ? ਇਹ ਉਹਨਾਂ ਨਾਲ ਮੈਂ ਨੈੱਟ 'ਤੇ ਮਤਲਬ ਕਿ ਨੈੱਟ 'ਤੇ ਨਾ ਉਹਨਾਂ ਨੂੰ ਫਾਈਂਡ ਕੀਤਾ ਸੀਗਾ, ਉਹਨਾਂ ਦਾ ਨੰਬਰ। ਜਦੋਂ ਮੈਨੂੰ ਨੈੱਟ 'ਤੇ ਮਿਲੇ, ਉਹਨਾਂ ਨਾਲ ਮੈਂ ਕੰਟੈਕਟ ਕੀਤਾ ਕਿ ਮੈਂ ਇੱਦਾਂ ਕਰਕੇ ਦੋਨਾਂ ਲੱਤਾਂ ਤੋਂ ਹੈਂਡੀਕੈਪ ਹਾਂ, ਲੇਕਿਨ ਮੈਂ ਗੱਡੀ ਚਲਾਉਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਤੁਸੀਂ ਟਾਈਮ ਕੱਢ ਕੇ ਮੈਨੂੰ ਮਿਲੋ ਅਤੇ ਆਪਾਂ ਤੁਹਾਡੇ ਸਰੀਰ ਦੇ ਮੁਤਾਬਕ ਤੁਹਾਨੂੰ ਗੱਡੀ ਪੂਰਾ ਮਤਲਬ ਕਿ ਉਸ ਤਰ੍ਹਾਂ ਮੋਡੀਫਾਈ ਕਰ ਦਾਂਗੇ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਚਲਾਉਣ 'ਚ। ਫਿਰ ਉਹਨਾਂ ਨੂੰ ਮਿਲੇ, ਉਹਨਾਂ ਨੇ ਇਹ ਸਿਸਟਮ ਤੁਸੀਂ ਦਿਖਾ ਸਕਦੇ ਹੋ। ਆਹ ਸਿਸਟਮ ਹੈ ਜਿਹੜਾ ਇਹ ਲੱਗਿਆ ਹੋਇਆ ਮੇਰੀ ਗੱਡੀ 'ਚ। ਆਹ ਕਲੱਚ ਹੈ ਜੀ, ਨੀਚੇ ਨੂੰ ਨੱਪਿਆ ਕਲੱਚ, ਇਸੇ ਹੈਂਡਲ ਨੂੰ ਆਪਾਂ ਅੰਦਰ ਨੂੰ ਮੂਵ ਕਰਾਂਗੇ, ਦੇਖੋ ਬ੍ਰੇਕ ਲੱਗ ਰਹੀ ਹੈ। ਅਤੇ ਇਸੇ ਜੋ ਇਹ ਮੁੱਠਾ ਹੈ, ਇਹਨੂੰ ਆਪਾਂ ਮਰੋੜਾਂਗੇ ਤਾਂ ਰੇਸ, ਦੇਖੋ ਰੇਸ। ਠੀਕ ਹੈ, ਕਲੱਚ, ਬ੍ਰੇਕ, ਰੇਸ, ਜਾਣੀ ਕਿ ਤਿੰਨੋਂ ਸਿਸਟਮ ਇਸੇ ਹੈਂਡਲ 'ਚ ਹੈ ਜੀ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਨੇੜੇ ਹੋ ਕੇ ਦਿਖਾਣ ਵੀ ਕਲੱਚ ਤੇ ਰੇਸ ਕਿਵੇਂ ਕੰਮ ਕਰਦਾ। ਹਾਂਜੀ, ਆਹ ਦੇਖੋ ਆਪਾਂ ਹੈਂਡਲ ਨੱਪ ਰਹੇ ਹਾਂ, ਕਲੱਚ ਥੱਲੇ ਨੂੰ ਜਾ ਰਿਹਾ ਜੀ। ਠੀਕ ਹੈ ਜੀ, ਆਹ ਮੂਵ ਕਰ ਰਹੇ ਹਾਂ ਹੈਂਡਲ, ਬ੍ਰੇਕ ਜਾ ਰਹੀ ਆ, ਆਹ ਰੇਸ। ਤਿੰਨੋਂ ਐਕਸੀਲੇਟਰ, ਬ੍ਰੇਕ, ਕਲੱਚ ਤਿੰਨੋਂ ਇੱਕੋ ਹੀ ਹੈਂਡਲ 'ਚ ਹੈ। ਆਹ ਹੌਰਨ ਵੀ ਇਹਦੇ ਵਿੱਚ ਹੀ ਦਿਖਾਇਆ ਗਿਆ, ਇਹਦੇ ਵਿੱਚੋਂ ਹੀ ਹੌਰਨ ਹੈ। ਹੁਣ ਤੁਸੀਂ ਡਰਾਈਵ ਕਰਕੇ ਦਿਖਾਓਗੇ? ਹਾਂਜੀ, ਜ਼ਰੂਰ ਡਰਾਈਵ ਕਰਕੇ ਦਿਖਾਵਾਂਗੇ ਜੀ। ਤਾਂ ਨਿਰਮਲ ਜੀ ਖੁਦ ਗੱਡੀ ਡਰਾਈਵ ਕਰ ਰਹੇ ਨੇ। ਆਪਾਂ ਨੂੰ ਪਤਾ ਕਿ ਪੂਰੇ ਭਾਰਤ ਵਿੱਚ ਜੇ ਕੋਈ ਹੈਂਡੀਕੈਪਟ ਤਾਂ ਉਸ ਨੂੰ ਲਾਇਸੈਂਸ ਨਹੀਂ ਮਿਲਦਾ, ਪਰ ਲਾਇਸੈਂਸ ਇਹਨਾਂ ਨੂੰ ਮਿਲਿਆ ਹੋਇਆ ਆਰਟੀ ਵੱਲੋਂ, ਗੱਡੀ ਚਲਾ ਸਕਦੇ ਨੇ। ਤਾਂ ਬਚਪਨ ਤੋਂ ਇਹ ਹੈਂਡੀਕੈਪ ਨਹੀਂ ਸਨ, ਬਚਪਨ ਤੋਂ ਇਹਨਾਂ ਦੀਆਂ ਲੱਤਾਂ ਜੋ ਖਰਾਬ ਨਹੀਂ ਸਨ। ਤੇ ਦੂਸਰੇ ਪਾਸੇ ਜਾਣ ਦੀ ਕੋਸ਼ਿਸ਼ ਵੀ ਕਰਾਂਗੇ, ਕਿੰਨੀਆਂ ਪੜ੍ਹੇ ਹੋਏ ਨੇ, ਨੌਕਰੀ ਲਈ ਅਪਲਾਈ ਕੀਤਾ ਕਿ ਨਹੀਂ ਕੀਤਾ, ਕੀ ਜਵਾਬ ਮਿਲਿਆ ਸਰਕਾਰ ਵੱਲੋਂ, ਕੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਤਾਂ ਨਿਰਮਲ ਸਿੱਧੂ ਹੀ ਦੱਸਣਗੇ। ਭਾਜੀ ਲੱਤਾਂ ਤੁਹਾਡੀ ਹੁਣ ਠੀਕ ਨਹੀਂ ਗਿਆ, ਗੱਡੀ ਤੁਸੀਂ ਚਲਾ ਰਹੇ ਹੋ, ਇਹ ਬਚਪਨ ਤੋਂ ਹੀ ਸੀ ਕਿ ਕੋਈ ਅਚਾਨਕ ਹੀ ਘਟਨਾ ਹੋ ਗਈ? ਨਹੀਂ ਸਰ, ਬਚਪਨ ਤੋਂ ਮੈਂ ਠੀਕ ਸੀਗਾ। 2.5-3 ਸਾਲ ਦੇ ਕਰੇ, ਮਤਲਬ 2.5-3 ਸਾਲ ਦਾ ਸੀ ਜਦੋਂ ਮੈਂ, ਤੇ ਮੰਜੇ ਨਾਲ ਤੁਰਦਾ ਸੀ। ਮੰਮੀ ਡੈਡੀ ਦੱਸਦੇ ਆ, ਤੇ ਥੋੜਾ ਡਿੱਗ ਪੈਂਦਾ ਸੀ, ਜਿੱਦਾਂ ਬੱਚਾ ਥੋੜਾ ਛੋਟਾ ਡਿੱਗਦਾ ਹੈ ਨਾ। ਤੇ ਉਸ ਤੋਂ ਬਾਅਦ ਮੈਨੂੰ ਬੁਖਾਰ ਦੇ ਵਿੱਚ ਡਾਕਟਰ ਤੋਂ ਟੀਕਾ ਲੱਗ ਗਿਆ ਸੀ, ਜਿਹਦੇ ਨਾਲ ਮੇਰੀਆਂ ਦੋਨੇ ਲੱਤਾਂ 'ਚ ਪ੍ਰੋਬਲਮ ਪੈ ਗਈ। ਉਸ ਤੋਂ ਬਾਅਦ ਬਸ ਘਰਦਿਆਂ ਨੇ ਬਹੁਤ ਇਲਾਜ ਕਰਾਇਆ, ਲੇਕਿਨ ਮੇਰੀ ਕਿਸਮਤ ਨੇ ਕਹਿ ਦਿੰਦੇ ਵੀ ਸਾਥ ਨਹੀਂ ਦਿੱਤਾ। ਹਾਂਜੀ। ਕਿੰਨੀਆਂ ਪੜ੍ਹੇ ਹੋ ਭਾਜੀ, ਤੇ ਨੌਕਰੀ ਲਈ ਟਰਾਈ ਕੀਤਾ, ਉਹ ਕਿੰਨੀਆਂ ਤੱਕ ਪੜ੍ਹੇ ਹੈਗੇ ਹੋ? ਜੇ ਬਚਪਨ 'ਚ ਹੋ ਗਈ ਸੀ ਇਸ ਤਰੀਕੇ ਨਾਲ ਵੀ ਇੰਜੈਕਸ਼ਨ ਲੱਗ ਗਈ ਸੀ, ਉਸ ਤੋਂ ਬਾਅਦ ਉਹ ਘਰਦਿਆਂ ਨੇ ਫਿਰ ਕਿਵੇਂ ਤੁਹਾਡੇ ਨਾਲ ਸਹਾਰਾ ਬਣੇ, ਜਾਂ ਕਿਸ ਤਰੀਕੇ ਨਾਲ ਸਾਥ ਦਿੱਤਾ ਉਹਨਾਂ ਨੇ? ਸਰ ਜਿੱਥੋਂ ਤੱਕ ਮੇਰੀ ਸਟੱਡੀ ਦੀ ਗੱਲ ਆ, ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ। ਔਰ ਦੂਸਰੀ ਗੱਲ ਆ ਘਰਦਿਆਂ ਦਾ, ਫਿਰ ਤੁਹਾਨੂੰ ਪਤਾ ਜੇ ਮਾਂ ਪਿਓ ਨਹੀਂ ਉਸ ਟਾਈਮ ਆਪਣੇ ਨਾਲ ਖੜੂਗਾ ਤਾਂ ਕਿਹਨੇ ਖੜਨਾ ਸੀ। ਮਾਂ ਪਿਓ ਨੇ ਮੇਰਾ ਬਹੁਤ ਸਾਥ ਦਿੱਤਾ, ਮੇਰੇ ਮੰਮਾ ਡੈਡੀ ਨੇ। ਕਿੱਥੇ ਮੈਂ ਉਹਨਾਂ ਦਾ ਸਹਾਰਾ ਬਣਨਾ ਸੀਗਾ, ਅਤੇ ਕਿੱਥੇ ਉਹਨਾਂ ਨੇ ਮੈਨੂੰ ਹੁਣ ਤੱਕ ਸੰਭਾਲਿਆ। ਫਿਰ ਜਦ ਮੈਂ ਸੁਰਤ ਸੰਭਲੀ ਤਾਂ ਸੋਚਿਆ ਵੀ ਕਿੰਨਾ ਕੁ ਟਾਈਮ ਆਪਾਂ ਕਿਸੇ ਦੇ ਲਈ, ਹੈ ਨਾ, ਕਿੰਨਾ ਕੁ ਟਾਈਮ ਆਪਾਂ ਕਿਸੇ 'ਤੇ ਡਿਪੈਂਡ ਰਵਾਂਗੇ।
ਫਿਰ ਮੈਂ ਸੋਚਦਾ ਸੀਗਾ ਕਿ ਮੈਨੂੰ ਕਿਸੇ ਤੱਕ ਮੰਗਣ ਦੀ ਲੋੜ ਨਾ ਪਵੇ, ਮੈਂ ਖੁਦ ਆਪਦੇ ਪੈਰਾਂ ਤੇ ਸਟੈਂਡ ਹੋ ਸਕਾਂ। ਤੇ ਅੱਜ ਪ੍ਰਮਾਤਮਾ ਨੇ ਚਲੋ ਜ਼ਿਆਦਾ ਨਹੀਂ ਆ ਤਾਂ ਬੜਾ ਘੱਟ ਵੀ ਨਹੀਂ ਆ, ਆਪਾਂ ਆਪਦਾ ਵਧੀਆ ਲਾਈਫ ਇੰਜੋਏ ਕਰ ਰਹੇ ਹਾਂ। ਖੁਸ਼ ਹੋ ਜ਼ਿੰਦਗੀ ਤੋਂ? ਖੁਸ਼ ਹੈ ਜ਼ਿੰਦਗੀ 'ਚ। ਬੰਦੇ ਦੇ ਵਿੱਚ ਸਬਰ ਨਹੀਂ ਹੈਗਾ, ਪਰ ਜਿਹਦੇ ਵਿੱਚ ਸਬਰ ਆ ਗਿਆ ਸਭ ਕੁਝ ਹੀ ਮਿਲ ਗਿਆ ਜਨਾਬ। ਇਹ ਸਬਰ ਤਾਂ ਹੁੰਦਾ ਨਹੀਂ ਬੰਦੇ, ਚਾਹੇ ਕਿਸੇ ਕੋਲ ਪੂਰੇ ਅੰਗ ਪੈਰ ਹੋਣ, ਉਹ ਕਹਿੰਦੇ ਲੱਖਾਂ ਕਰੋੜਾਂ ਰੁਪਏ ਵੀ ਕਮਾ ਲੈਂਦਾ, ਉਹਦੀ ਆਸ਼ਾਵਾਂ ਖਤਮ, ਇੱਛਾ ਨਹੀਂ ਖਤਮ ਹੁੰਦੀ। ਇਛਾਵਾਂ ਠੀਕ ਹੈ ਸਰ, ਇਛਾਵਾਂ ਹਰ ਇੱਕ ਬੰਦੇ ਦੀ ਆਪਣੀ ਸੋਚ ਆ, ਪਰ ਪ੍ਰਮਾਤਮਾ 2 ਟਾਈਮ ਦੀ ਰੋਟੀ ਤੇ ਇੱਜ਼ਤ, ਜੇ ਬੰਦੇ ਰਾਹ ਜਾਂਦੇ ਆਪਾਂ ਨੂੰ 10 ਬੰਦੇ ਹੱਥ ਚੱਕਦੇ ਆ ਤੇ 2 ਟਾਈਮ ਦੀ ਆਪਾਂ ਰੋਟੀ ਖਾਂਦੇ ਆ, ਤੇ ਬਾਕੀ ਰਿਸ਼ਤੇਦਾਰ ਵੀ ਫੋਨ ਲਾ ਕੇ ਪੁੱਛਦੇ ਆ ਵੀ ਹਾਂ ਨਿਰਮਲ ਸਿੰਘ ਆਹ ਕੰਮ ਆਪਾਂ ਕਰਨਾ ਕਿੱਦਾਂ ਕਰੀਏ। ਇਸ ਤੋਂ ਵੱਡੀ ਮਿਹਨਤ ਨਹੀਂ ਲੱਗਦਾ ਕੋਈ ਚੀਜ਼ ਹੋਰ ਹੋਊਗੀ। ਕਿੰਨੀਆਂ ਪੜ੍ਹੇ ਹੈਗੇ ਹੋ, ਕਿਤੇ ਨੌਕਰੀ ਲਈ ਜਾਣ ਦੀ ਕੋਸ਼ਿਸ਼ ਕੀਤੀ, ਕਿਸੇ ਨੂੰ ਮਿਲੇ? ਕਿਉਂਕਿ ਦੇਖਦੇ ਕੋਟਾ ਵੀ ਹੁੰਦਾ ਇੱਕ ਅਪਾਹਿਜ ਸਰਕਾਰ ਵੱਲੋਂ, ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ? ਹਾਂਜੀ ਸਰ, ਮੈਂ ਕੁਲਬੀਰ, ਸਾਡੇ ਜਿਹੜੇ ਹਲਕੇ ਦੇ MLA ਕੁਲਬੀਰ ਸਿੰਘ ਜੀਰਾ, ਉਹਨਾਂ ਕੋਲ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਆ, ਪਰ ਸਰਕਾਰਾਂ ਤੁਹਾਨੂੰ ਪਤਾ ਕਿੱਥੇ ਸੁਣਦੀਆਂ ਜੀ, ਸਰਕਾਰਾਂ ਨਹੀਂ ਸੁਣਦੀਆਂ। ਕੋਟਾ ਕਹਿ ਦਿੰਦੇ ਆ ਕਿ ਹੈਂਡੀਕੈਪ ਲਈ ਕੋਟਾ, ਉਹ ਇੱਕ ਨਾਮ ਦਾ ਹੀ ਕੋਟਾ ਜੀ। ਕੋਟੇ 'ਚ ਕੁਝ ਮਿਲੇ ਸਾਨੂੰ ਕਿ ਇਹ ਨਹੀਂ ਆ ਮੈਂ ਹੀ ਹੈਂਡੀਕੈਪ ਹਾਂ, ਮੇਰੇ ਤੋਂ ਵੀ ਉੱਪਰ ਦੁਨੀਆ ਪਈ ਹੈ, ਮੇਰੇ ਤੋਂ ਵੀ ਵੱਧ ਟੈਲੈਂਟ ਹੈ ਕਈਆਂ ਲੋਕਾਂ ਦੇ ਵਿੱਚ, ਉਹਨਾਂ ਦੀ ਵੀ ਨਹੀਂ ਸੁਣੀ ਗਈ। ਕਿੰਨੇ ਹੈਂਡੀਕੈਪ ਨੇ, ਕਿੰਨੇ ਮਤਲਬ ਕਿ ਪੂਰੀ ਯੂਨੀਅਨ ਬਣੀ ਹੋਈ ਹੈ ਹੈਂਡੀਕੈਪ ਦੀ, ਧਰਨੇ ਲਾਉਂਦੇ ਰਹੇ ਆ, ਕੀ ਕੁਝ ਹੋਇਆ, ਲੇਕਿਨ ਨਹੀਂ। ਸਰਕਾਰਾਂ ਨੂੰ ਇਹ ਚਾਹੀਦਾ ਹੈ, ਚਲੋ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਹੀਂ ਆ ਉੱਥੇ, ਚਲੋ ਸਰਕਾਰਾਂ ਦਾ ਵੀ ਮੈਂ ਨਹੀਂ ਕਹਿੰਦਾ ਵੀ ਉਹਨਾਂ ਦੀ ਕੋਈ ਗਲਤੀ ਹੋਊਗੀ। ਜਿੱਥੇ ਮੈਂ ਆ ਪੜ੍ਹਿਆ, ਮੇਰੀ ਸਟੱਡੀ ਕੀਤੀ ਆ, ਮੇਰੇ ਮਾਂ ਪਿਓ ਨੇ ਮੇਰੇ ਤੇ BSc ਕੀਤੀ? ਹਾਂਜੀ, ਮੇਰੇ ਮਾਂ ਪਿਓ ਨੇ ਖਰਚਾ ਕੀਤਾ ਮੇਰੇ ਤੇ, ਮੈਂ ਬਹੁਤ ਸਟਰਗਲ ਕੀਤਾ ਆਪਦੀ ਪੜ੍ਹਾਈ 'ਚ। ਜਦੋਂ ਮੈਂ ਕੰਪਿਊਟਰ ਦਾ ਕੋਰਸ ਕਰ ਰਿਹਾ ਸੀ ਤਾਂ 20-25 ਪੌੜੀਆਂ ਉੱਪਰ ਚੜ੍ਹ ਕੇ ਜਾਣਾ ਪੈਂਦਾ ਸੀ। ਤੁਹਾਨੂੰ ਪਤਾ 20-25 ਪੌੜੀਆਂ ਤੁਸੀਂ ਚੜੋਗੇ ਬਿਲਕੁਲ ਤੰਦਰੁਸਤ ਬੰਦਾ, ਤੇ ਸ਼ਾਇਦ ਉਹ ਵੀ ਕਹੂਗਾ ਯਾਰ ਨਹੀਂ ਮੈਂ ਥੱਕ ਗਿਆ, ਪਰ ਮੈਂ ਹਿੰਮਤ ਨਹੀਂ ਹਾਰੀ, ਆਪਾਂ ਚੜ੍ਹਦੇ ਰਹੇ ਹਾਂ ਔਰ ਕੀਤਾ ਕੰਮ। ਹਾਂਜੀ, ਹੁਣ ਇਹ ਗੱਡੀ ਮੋਡੀਫਾਈ ਕੀਤੀ ਹੈ, ਕਿੰਨਾ ਕੁ ਖਰਚਾ ਆ ਗਿਆ ਇਸ ਤਰੀਕੇ ਨਾਲ ਗੱਡੀ ਮੋਡੀਫਾਈ ਕਰਕੇ ਦਿੱਤੀ? ਕਰਵਾਈ ਕਿੱਥੋਂ ਹੈ ਇਹ ਸਰ? ਗੱਡੀ ਮੋਡੀਫਾਈ ਇੱਦਾਂ ਕਿ ਮੈਂ ਜੀਰੇ ਤੋਂ ਹੀ ਕਰਵਾਈ ਹੈ, ਮੇਰੀ ਸਿਟੀ ਜਿਹੜੀ ਜੀਰਾ, ਠੀਕ ਹੈ। ਔਰ ਗੱਡੀ ਤੇ ਖਰਚਾ ਲਗਭਗ 75 ਦੀ ਗੱਡੀ ਲਈ ਸੀ ਇਹ। ਉਸ ਤੋਂ ਬਾਅਦ ਜੋ ਮੈਂ ਹੈਂਡ ਕੰਟਰੋਲ ਸਿਸਟਮ ਕਰਾਇਆ ਮਲੋੜ ਤੋਂ, ਕੁਲਦੀਪ ਜੰਡੂ ਨਾਮ ਦੇ ਮਿਸਤਰੀ ਆ। ਹਰ ਪਰਸਨ, ਮਤਲਬ ਕਿ ਕੋਈ ਵੀ ਪਰਸਨ ਆਪਦੇ ਸਰੀਰ ਦੇ ਮੁਤਾਬਕ ਉਹਨਾਂ ਤੋਂ ਗੱਡੀ ਮੋਡੀਫਾਈ ਕਰਾ ਸਕਦਾ ਹੈ। ਉਹਨਾਂ ਦਾ ਆਪਾਂ ਨੰਬਰ ਵੀ ਦੇਣਾ ਜ਼ਰੂਰ ਕਿ ਕਿਸੇ ਨੂੰ ਹੈਲਪ ਹੋ ਸਕੇ ਕਿਸੇ ਦੀ, ਠੀਕ ਹੈ ਜੀ। ਹਾਂਜੀ, ਤੇ ਗੱਡੀ ਤੇ ਖਰਚਾ ਲਗਭਗ ਵੀ ਲੱਖ ਰੁਪਈਆ ਮੰਨ ਲਓ, ਲੱਖ ਰੁਪਏ ਦਾ ਖਰਚਾ ਆ ਗਿਆ ਗੱਡੀ। ਲਾਇਸੈਂਸ ਕਿਵੇਂ ਅਪਲਾਈ ਕਰਤਾ? ਕਿਉਂਕਿ ਆਪਾਂ ਨੂੰ ਪਤਾ ਹੈ ਵੀ ਭਾਰਤ ਵਿੱਚ ਹੈਂਡੀਕੈਪ ਨੂੰ ਲਾਇਸੈਂਸ ਨਹੀਂ ਮਿਲਦਾ ਗੱਡੀ ਚਲਾਉਣ ਦਾ, ਫਿਰ ਤੁਸੀਂ ਕਿਵੇਂ ਅਪਲਾਈ ਕੀਤਾ? ਤੁਹਾਨੂੰ ਲਾਇਸੈਂਸ ਮਿਲ ਕਿਵੇਂ ਗਿਆ? ਸਰ ਪਹਿਲੇ ਤਾਂ ਤੁਹਾਡੀ ਗੱਲ ਟੋਕ ਰਿਹਾ, ਮਾਈਂਡ ਨਾ ਕਰਿਓ ਮੇਰੀ ਗੱਲ ਨੂੰ। ਲਾਇਸੈਂਸ ਸੰਵਿਧਾਨ ਦੇ ਵਿੱਚ ਹੈ ਆ ਕਿ ਹੈਂਡੀਕੈਪ ਨੂੰ ਲਾਇਸੈਂਸ ਕਿਉਂ ਨਹੀਂ ਮਿਲਦਾ? ਕੌਣ ਕਹਿੰਦਾ ਨਹੀਂ ਮਿਲਦਾ? ਕਈ ਤਾਂ ਫਿਰ ਜਾਂਦੇ ਨੇ, ਉਹ ਕਹਿੰਦੇ ਵੀ ਤੂੰ ਫਿਜ਼ੀਕਲ ਨਹੀਂ ਹੈਗਾ ਸੈੱਟ, ਤੂੰ ਗੱਡੀ ਨਹੀਂ ਚਲਾ ਸਕਦਾ। ਗੱਡੀ ਆਪਣੇ ਸਰੀਰ ਦੇ ਨਾਲ ਆਪਾਂ ਸਰੀਰ ਦੇ ਮੁਤਾਬਕ ਮੋਡੀਫਾਈ ਕਰਾਈ ਹੈ। ਉਹ RTO ਦਾ ਮਤਲਬ ਹੈ ਕਿ ਆਪਣੀ ਟਰਾਈ ਲੈ ਰਿਹਾ, ਜੇ ਆਪਾਂ ਟਰਾਈ 'ਚੋਂ ਪਾਸ ਆ ਤਾਂ ਲਾਇਸੈਂਸ ਦੇਣਾ ਪੈਣਾ ਜੀ RTO ਨੂੰ। ਤੁਹਾਨੂੰ ਫਿਰ ਕਿਹਨੇ ਦੱਸਿਆ? ਤੁਸੀਂ ਪਹਿਲੀ ਵਾਰ ਮਨਾ ਕਰਤਾ ਤੁਹਾਨੂੰ, ਫਿਰ ਤੁਹਾਨੂੰ ਵੀ ਤਾਂ ਕਿਸੇ ਨੇ ਦੱਸਿਆ ਹੀ ਹੋਣਾ। ਬਿਲਕੁਲ ਦੱਸਿਆ। ਕੋਲਕਾਤਾ ਤੋਂ ਮੇਰੇ ਫਰੈਂਡ ਆ, ਔਰ ਉਹਨਾਂ ਨੇ ਮੈਨੂੰ, ਉਹ ਵੀ ਇੱਕ ਹੈਂਡੀਕੈਪ ਪਰਸਨ ਆ, ਉਹਨਾਂ ਨੇ ਕੋਲਕਾਤਾ 'ਚ ਗੱਡੀ ਵੀ ਚਲਾਉਂਦੇ ਆ, ਉਹਨਾਂ ਨੇ ਲਾਇਸੈਂਸ ਲਿਆ ਹੋਇਆ। ਉਹਨਾਂ ਨਾਲ ਮੈਂ ਕੰਟੈਕਟ ਕੀਤਾ ਕਿ ਇਦਾਂ ਕਰਕੇ ਵੀ ਮੈਂ ਵੀ ਲਾਇਸੈਂਸ ਬਣਾਉਣਾ, ਲੇਕਿਨ ਮੈਨੂੰ ਮਨਾ ਕਰ ਦਿੱਤਾ ਗਿਆ। ਤੇ ਉਹ ਕਹਿੰਦੇ ਕਿ ਤੁਸੀਂ ਗੱਡੀ ਲੈ ਕੇ RTO ਦੇ ਪੇਸ਼ ਹੋ ਜਾਓ ਔਰ ਤੁਹਾਡਾ ਲਾਇਸੈਂਸ ਮਿਲ ਜੂਗਾ। ਫਿਰ ਮੈਂ ਫਿਰੋਜ਼ਪੁਰ, ਮੇਰਾ ਡਿਸਟ੍ਰਿਕਟ ਫਿਰੋਜ਼ਪੁਰ, ਔਰ ਮੈਂ ਉੱਥੇ ਗੱਡੀ ਪਲੱਸ ਗੱਡੀ ਲਿਜਾ ਕੇ RTO ਨੂੰ ਮਿਲਿਆ, ਨਾਲ ਆਪਣੇ ਕਿਸੇ ਫਰੈਂਡ ਨੂੰ ਲੈ ਕੇ ਗਿਆ ਸੀ। ਉਹਨਾਂ ਨੂੰ ਜਦੋਂ ਮਿਲੇ ਤੇ ਉਹਨਾਂ ਨੇ ਮੈਨੂੰ ਦੇਖਿਆ, ਮੇਰੀ ਟਰਾਈ ਲਈ, ਫਾਈਲ ਭਰੀ, ਟਰਾਈ ਲਈ, ਮਾਰਕੀਟ 'ਚ ਵੀ ਟਰਾਈ ਲਈ, ਉਹਨਾਂ ਨੇ ਮੇਰੀ ਪੂਰੀ ਸਖਤ ਟਰਾਈ ਲਈ, ਜਿੱਦਾਂ ਤੁਸੀਂ ਨਾਲ ਬੈਠੇ ਹੋਏ ਹੋ ਇੱਦਾਂ ਬੈਠ ਕੇ। ਕਹਿੰਦੇ ਦਿੱਲੀ ਗੇਟ ਜਾਣਾ ਹੈ, ਮੈਂ ਕਿਹਾ ਚਲੋ। ਤੇ ਜਦੋਂ ਲੈ ਉਹਨਾਂ ਨੇ ਦੇਖਿਆ ਵੀ ਗੱਡੀ ਬੰਦਾ ਪ੍ਰੋਪਰ ਚਲਾ ਰਿਹਾ, ਪਤਾ ਹੀ ਨਹੀਂ ਲੱਗਦਾ ਪਿਆ ਬੰਦਾ ਗੱਡੀ ਹੱਥ ਨਾਲ ਚਲਾਉਂਦਾ ਕਿ ਪੈਰਾਂ ਨਾਲ ਚਲਾਉਂਦਾ। ਫਿਰ ਉਹਨਾਂ ਨੇ ਮੇਰੀ ਫੋਟੋ ਹੋ ਗਈ ਸੀ, ਬਣ ਗਿਆ ਸੀ ਲਾਇਸੈਂਸ। ਕਿੰਨੇ ਸਾਲ ਹੋ ਗਏ ਲਾਇਸੈਂਸ ਬਣੇ ਸਰ? 5 ਸਾਲ ਹੋ ਗਏ, ਹਜੇ ਤੱਕ ਇੱਕ ਵੀ ਚਲਾਨ ਨਹੀਂ ਹੈਗਾ ਮੇਰਾ। ਚਲਾਨ ਕੋਈ ਨਹੀਂ ਹੈ ਨਾ। ਗੱਡੀ ਲੈ ਕੇ ਗਏ ਕਿੱਥੇ ਹੋ ਤੁਸੀਂ? ਮੈਨੂੰ ਕਹਿ ਵੀ ਦਿਓ, ਅਸੀਂ ਪੰਜਾਬ ਤਾਂ ਪੂਰਾ ਘੁੰਮ ਹੀ ਲਿਆ, ਪੰਜਾਬ ਤੋਂ ਬਾਅਦ ਕਿੱਥੇ ਗੱਡੀ ਲੈ ਕੇ ਗਏ ਹੋ? ਪੰਜਾਬ ਮੈਂ ਪੂਰਾ ਘੁੰਮਿਆ ਆਪਦੀ ਗੱਡੀ ਤੇ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਔਰ ਪਲੱਸ ਮੈਂ ਬਾਹਰ ਵੀ ਗੱਡੀ ਲੈ ਕੇ ਗਿਆ। ਜਿੱਦਾਂ ਮੈਂ 16-17 ਦੇ ਵਿੱਚ ਇੱਥੇ ਗਿਆ ਸੀ ਹਿਮਾਚਲ ਸਾਈਡ, ਸ਼ਿਮਲਾ। ਇਸੇ ਗੱਡੀ ਚਲੇ ਗਏ ਸੀ? ਗੱਡੀ ਗਏ ਸੀ, ਹਾਂਜੀ।
ਦੋਸਤ ਆ ਮੇਰੇ 3 ਮੁੰਡੇ, 3 ਜਣੇ ਉਹ ਸੀ, ਚੌਥਾ ਮੈਂ ਸੀ, ਅਸੀਂ 2 ਡਰਾਈਵਰ ਸੀ। ਹੁਣ ਕੁਝ ਟਾਈਮ ਉਹਨੇ ਗੱਡੀ ਚਲਾਈ, ਕੁਝ ਟਾਈਮ ਮੈਂ ਚਲਾਈ। ਦਿੱਕਤ ਨਹੀਂ ਆਈ ਗੱਡੀ ਚਲਾਉਣ ਲੱਗਿਆ? ਨਾ ਸਰ, ਗੱਡੀ ਚਲਾਉਂਦੀ, ਗੱਡੀ ਤਾਂ ਆਪਾਂ ਕੱਢ ਦਾਂਗੇ ਸੂਈ ਦੇ ਨੱਕੇ ਵੱਜਦੀ। ਹੁਣ ਜਿਵੇਂ ਆਪਾਂ ਦੇਖਦੇ ਆ ਉਹ ਮੁੰਡੇ ਹੋਰ ਵੀ ਹੈਗੇ ਨੇ ਜੋ ਜਿਨ੍ਹਾਂ ਦਾ ਫਿਜ਼ੀਕਲ ਠੀਕ ਹੁੰਦੇ ਨੇ, ਤੇ ਤੁਸੀਂ ਨਸ਼ਿਆਂ ਲਈ ਵੀ ਗੱਲ ਕਰ ਰਹੀ ਸੀ ਮੇਰੇ ਨਾਲ ਬੈਠ ਕੇ ਵੀ ਨਸ਼ਾ ਨਹੀਂ ਕਦੀ ਕੀਤਾ, ਕਦੀ ਬੁਰੀ ਸੰਗਤ ਵਿੱਚ ਨਹੀਂ ਪਏ, ਘਰਦਿਆਂ ਨੇ ਸਾਥ ਦਿੱਤਾ, ਸਰੀਰ ਪੱਖੋਂ ਨਹੀਂ ਸੈੱਟ ਸੀ ਪਰ ਦਿਮਾਗ ਪੂਰਾ ਕੰਮ ਕਰ ਰਿਹਾ ਸੀ, ਮੈਂ ਆਹ ਕੰਮ ਕਰਨਾ ਹੈ। ਤਾਂ ਨਸ਼ੇ ਨੂੰ ਲੈ ਕੇ ਅੱਜ ਵੀ ਕਈ ਮੁੰਡੇ ਹੁੰਦੇ ਨੇ ਜਿਹੜੇ ਹੌਸਲਾ ਵੀ ਛੱਡ ਜਾਂਦੇ ਨੇ ਵੀ ਯਾਰ ਹੁਣ ਤਾਂ ਕੰਮ ਇੰਨਾ ਸਮਾਂ ਕਰ ਲਿਆ, ਹੁਣ ਤਾਂ ਨਹੀਂ ਕੰਮ ਚੱਲਦਾ, ਹੁਣ ਰਹਿਣ ਦੀਏ ਆਪਾਂ, ਹੁਣ ਕੀ ਕਰਨਾ, ਕੋਈ ਹੋਰ ਨਵੀਂ ਚੀਜ਼ ਟਰਾਈ ਕਰਨੇ ਆ। ਵੀ ਹੌਸਲਾ ਕਹਿ ਲਈਏ ਤੇ ਜਾਂ ਟਾਈਮ ਸਮੇਂ ਦੀ ਗੱਲ ਕਰ ਲਈਏ, ਕਹਿੰਦੇ ਵੀ ਸਮਾਂ ਜੇ ਜ਼ਿਆਦਾ ਲੱਗ ਜਾਂਦਾ ਕਿਸੇ ਕੰਮ ਦੇ ਉੱਤੇ ਤਾਂ ਮਨ ਉਹਨਾਂ ਦਾ ਉਤਾਵਲਾ ਹੋ ਜਾਂਦਾ ਵੀ ਕਦੋਂ ਅਸੀਂ ਕਾਮਯਾਬ ਹੋਵਾਂਗੇ, ਸਾਡੇ ਇੱਥੇ ਕਾਮਯਾਬੀ ਕਦੋਂ ਆਏਗੀ। ਨੌਜਵਾਨ ਤਾਂ ਇਹ ਸੋਚਦਾ ਅੱਜ ਕੱਲ੍ਹ। ਜੀ ਸਰ, ਜਿੱਥੋਂ ਤੱਕ ਗੱਲ ਨਸ਼ਿਆਂ ਦੀ ਕੀਤੀ ਆਪਾਂ, ਮੈਂ ਯੰਗ ਨੂੰ ਇਹੀ ਕਹਿਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਫਿਊਚਰ ਬਾਰੇ ਸੋਚੋ, ਹਿੰਮਤ ਨਾ ਹਾਰੋ। ਨਸ਼ਾ ਇੱਕ ਆਪਣੇ ਜਿਹੜੇ ਸਮਾਜ ਤੇ ਇੱਕ ਬਹੁਤ ਵੱਡਾ ਕਲੰਕ ਆ। ਨਸ਼ੇ ਦਾ ਕੀ ਹੈ, ਇੱਕ ਤਾਂ ਤੁਸੀਂ ਆਪਾਂ ਆਪਦੀ ਲਾਈਫ ਖਰਾਬ ਕਰਨੀ ਹੈ, ਦੂਸਰਾ ਮਾਂ ਪਿਓ ਨੂੰ ਦੁੱਖ ਦੇਣਾ ਹੈ। ਠੀਕ ਹੈ, ਸੰਗਤ ਠੀਕ ਹੈ, ਯਾਰੀ ਦੋਸਤੀ ਹੁੰਦੀ ਹੈ, ਮੈਂ ਵੀ ਮੇਰੀ ਵੀ ਬਹੁਤ ਲਿੰਕ ਆ, ਮੈਂ ਮੁੰਡਿਆਂ 'ਚ ਰਿਹਾ, ਕਾਲਜ ਪੜ੍ਹਿਆ, ਪਰ ਆਪਾਂ ਕਦੇ ਠੀਕ ਆ ਮੁੰਡੇ ਨਾਲ ਕਰਦੇ ਸੀ ਨਸ਼ਾ, ਪਰ ਉਹਨਾਂ ਨੂੰ ਇਹ ਪਤਾ ਸੀਗਾ ਕਿ ਨਿੰਮੇ ਨੂੰ ਨਹੀਂ ਕਹਿਣਾ, ਇਹਨੇ ਸਾਨੂੰ ਅੱਗੋਂ ਪੈ ਜਾਣਾ, ਕਿਉਂਕਿ ਮੇਰਾ ਸੁਭਾਅ ਵੀ ਥੋੜਾ ਇਹੋ ਜਿਹਾ, ਜੇ ਕਿਸੇ ਨੇ ਕੋਈ ਗਲਤ ਕਿਹਾ ਤੇ ਆਪਾਂ ਸਿੱਧੇ ਹੋ ਜਾਣਾ। ਦੂਸਰੇ ਪਾਸੇ ਅੱਛਾ, ਮੈਂ ਦੁਕਾਨ ਤੇ ਵੀ ਤੁਹਾਡੀ ਚੱਲਾਂਗਾ, ਤੁਸੀਂ ਦੁਕਾਨ ਵੀ ਕਰਦੇ ਹੋ, ਜਿੱਥੇ ਜਾ ਕੇ ਬੈਠਦੇ ਹੋ ਉੱਥੇ ਵੀ ਆਪਾਂ ਚਰਚਾ ਕਰਾਂਗੇ। ਮੇਰੇ ਇੱਕ ਚਲਦੀ ਗੱਡੀ ਵਿੱਚ ਇਹੀ ਸਵਾਲ ਹੈ ਵੀ ਚਲਦੀ ਜ਼ਿੰਦਗੀ ਦੇ ਵਿੱਚ ਕਦੀ ਆਪਣੇ ਆਪ ਨੂੰ ਸਮਝਿਆ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ? ਸਰ, ਮੈਂ ਕਦੀ ਵੀ ਆਪਣੇ ਆਪ ਨੂੰ ਨਾ ਤਾਂ ਨੀਵਾਂ ਕਦੇ ਸਮਝਿਆ ਕਿ ਮੈਂ ਹੈਂਡੀਕੈਪ ਹਾਂ ਜਾਂ ਇੱਦਾਂ ਉੱਦਾਂ, ਹੈ ਨਾ, ਨਾ ਹੀ ਮੈਂ ਸਮਝੂੰਗਾ। ਕਿਉਂ ਸਮਝਾਂ? ਮੈਂ ਖੁਦ ਆਪਣਾ ਕਰਕੇ ਆਪਣੀ ਹਿੰਮਤ ਨਾਲ ਪੜ੍ਹਾਈ ਕੀਤੀ, ਮੇਰੇ ਮਾਂ ਪਿਓ ਨੇ ਮੇਰਾ ਸਾਥ ਦਿੱਤਾ, ਪੜ੍ਹਾਇਆ ਲਿਖਾਇਆ ਮੈਨੂੰ, ਤੇ ਮੈਂ ਕਦੀ ਵੀ ਇਹ ਨਹੀਂ ਸੋਚਿਆ ਕਿ ਮੈਂ ਹੈਂਡੀਕੈਪ ਹਾਂ। ਮੈਂ ਕਹਿੰਦਾ ਨਾ ਵੀ ਜਿਹੜਾ ਕੰਮ ਅੜਦਾ ਉਹ ਮੈਨੂੰ ਦੱਸੋ, ਮੈਂ ਕਰੂੰਗਾ, ਮੇਰੀ ਜੈਦ ਹੁੰਦੀ ਹੈ ਜਿਹੜਾ ਕੰਮ ਅੜਿਆ। ਹਾਂ, ਮੈਂ ਕਰੂੰਗਾ ਉਹ। ਮੈਨੂੰ ਡੈਡੀ ਨੇ ਕਿਹਾ ਸੀ ਗੱਡੀ ਨਹੀਂ ਚੱਲਣੀ ਪੁੱਤ, ਤੂੰ ਕਿਸੇ ਦੇ ਵਿੱਚ ਮਾਰ ਲੇਗਾ, ਠੀਕ ਹੈ। ਮੈਂ ਕਿਹਾ ਡੈਡੀ ਤੁਹਾਡਾ ਕੰਮ ਆ ਗੱਡੀ ਲੈ ਕੇ ਦੇਣਾ, ਚਲਾਉਣੀ ਮੈਂ ਆ। ਤੇ ਅੱਜ ਜਦੋਂ ਡੈਡੀ ਮੇਰੇ ਨੇ 10 ਸਾਲ ਦਿੱਲੀ 'ਚ ਗੱਡੀ ਚਲਾਈ ਆ, ਉਹ ਮੇਰੇ ਬਰਾਬਰ ਬੈਠ ਜਾਣਗੇ, ਉਹ ਵੀ ਮੇਰੀ ਗਲਤੀ ਨਹੀਂ ਕੱਢ ਸਕਦੇ ਵੀ ਤੂੰ ਇੱਥੇ ਗੱਡੀ ਗਲਤ ਕੀਤਾ ਕੰਮ। ਉਹਨਾਂ ਨੇ ਕਾਫੀ ਵਾਰ ਮੇਰੇ ਨਾਲ ਬੈਠ ਕੇ ਗਏ ਆ। ਜਿਵੇਂ ਹੁਣ ਤੁਸੀਂ ਗੱਡੀ ਸਾਰੀ ਹੱਥ ਦੇ ਨਾਲ ਕੰਟਰੋਲ ਕਰਨੇ, ਹੁਣ ਜਿਵੇਂ ਕੋਈ ਹੋਰ ਵਿਅਕਤੀ ਜਾਂ ਮੈਂ ਗੱਡੀ ਚਲਾਣੀ ਹੋਵੇ, ਇਹ ਚਲਾ ਸਕਦੇ ਸੌਖੇ ਤਰੀਕੇ ਨਾਲ ਕਿ ਨਹੀਂ? ਸਰ, ਤੁਸੀਂ ਜਿੱਦਾਂ ਮੇਰੇ ਹੱਥ 'ਚ ਕੰਟਰੋਲ ਹੈ, ਤੁਸੀਂ ਹੱਥ ਨਾਲ ਨਹੀਂ ਚਲਾ ਸਕਦੇ, ਕਿਉਂਕਿ ਤੁਹਾਡਾ ਮਾਈਂਡ ਤਾਂ ਸਿਰਫ ਲੱਤਾਂ 'ਚ ਹੀ ਜਾਊਗਾ। ਤੁਸੀਂ ਹੁਣ ਬ੍ਰੇਕ ਲਾਉਣੀ ਹੈ, ਤੁਸੀਂ ਪੈਡਲ ਤੇ ਪੈਰ ਮਾਰਨਾ, ਮੈਂ ਬ੍ਰੇਕ ਲਾਉਣੀ ਹੈ, ਮੈਂ ਹੈਂਡਲ ਨੂੰ ਮੂਵ ਕਰਨਾ। ਔਖਾ ਹੋ ਜਾਊਗਾ ਕੰਮ, ਤੁਹਾਡੇ ਤੋਂ ਗੱਡੀ ਨਹੀਂ ਚੱਲੂਗੀ, ਤੁਸੀਂ ਕਿਤੇ ਠੋਕ ਦੋਗੇ। ਮੈਂ ਕਿਹਾ ਗੱਡੀ ਲੱਗ ਜੇਗੀ। ਹਾਂਜੀ। ਤੁਸੀਂ ਕਿਤੇ ਗੱਡੀ ਲੱਗ ਗਈ ਹੋਵੇ ਤੁਹਾਡੇ ਕੋਲੋਂ, ਜਾਂ ਗੱਡੀ ਤਾਂ ਪਰਮਾਤਮਾ ਦੀ ਕਿਰਪਾ, ਔਰ ਮੈਂ ਵਾਹਿਗੁਰੂ ਅੱਗੇ ਇਹੀ ਵਿੱਚ ਕਰਾਂਗਾ ਪਰਮਾਤਮਾ ਕਿਰਪਾ ਹੀ ਰੱਖੇ। ਗੱਡੀ ਚਲਾਈ ਬਹੁਤ 80-90 ਤੇ ਆਮ ਚਲਾਉਣਾ ਮੈਂ ਗੱਡੀ, ਪਰ ਕੰਟਰੋਲ 'ਚ ਚਲਾਉਣਾ, ਬਾਕੀ ਤਾਂ ਚਲੋ ਪਰਮਾਤਮਾ ਦੇ ਹੱਥ 'ਚ ਹੁੰਦਾ ਜੋ ਵੀ ਹੈ, ਪਰ ਆਪਦੇ ਵੱਲੋਂ ਫੁੱਲ ਕੰਟਰੋਲ 'ਚ ਰੱਖੀ ਦੀ ਹੈ। ਕਰਦੇ ਨਹੀਂ ਹੁਣ ਕਹਿੰਦੇ ਇਕੱਲੇ ਜਾਣ ਦਿੰਦੇ ਨੇ ਘਰਦੇ ਵੀ, ਠੀਕ ਹੈ ਵੀ ਗੱਡੀ ਚਲਾ ਲਓ? ਘਰ ਦੇ ਖੁਦ ਮੇਰੇ ਨਾਲ ਜਾਂਦੇ ਆ, ਸਾਰਾ ਪਰਿਵਾਰ ਵੀ ਮੁੰਡਾ ਗੱਡੀ ਵਧੀਆ ਚਲਾਉਂਦਾ, ਨਾਲ ਹੀ ਚੱਲੋ। ਹਾਂਜੀ। ਤਾਂ ਹੁਣ ਲੈ ਕੇ ਚੱਲਾਂਗੇ ਤੁਹਾਨੂੰ ਦੁਕਾਨ ਦੇ ਉੱਤੇ, ਜਿੱਥੇ ਭਾਜੀ ਕੰਮ ਕਰਦੇ ਨੇ ਦੁਕਾਨ ਦੇ ਉੱਤੇ। ਦੁਕਾਨ ਵੀ ਇਹਨਾਂ ਕੋਲ ਹੈਗੀ ਹੈ, ਕੰਮ ਸਿੱਖਿਆ ਇਹਨਾਂ ਨੇ। ਸਿੱਖਿਆ ਮਤਲਬ ਕਿ ਜਾਂਦੇ ਸੀ ਕਿਸੇ ਕੋਲ, ਥੋੜੀ ਬਹੁਤ ਹੈਲਪ ਕੀਤੀ ਕਿਸੇ ਨੇ, ਉਸ ਤੋਂ ਬਾਅਦ ਆਪਣਾ ਕੰਮ ਕੀਤਾ। ਤਾਂ ਤੁਹਾਨੂੰ ਅਸੀਂ ਦੁਕਾਨ ਤੇ ਵੀ ਲੈ ਕੇ ਚੱਲਾਂਗੇ, ਜੋ ਨਿਰਮਲ ਜੀ ਦੀ ਦੁਕਾਨ ਹੈ, ਜਿੱਥੇ ਬੈਠ ਕੇ ਆਪਣਾ ਰੋਟੀ ਦਾ ਗੁਜ਼ਾਰਾ ਕਰਦੇ ਨੇ। BSc ਕੀਤੀ ਹੋਈ ਹੈ, ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ। MLA ਜੋ ਜੀਰਾ ਸਾਹਿਬ ਨੇ ਉਹਨਾਂ ਕੋਲ ਗਏ ਸੀ, ਪਰ ਜਿਵੇਂ ਕਹਿੰਦੇ ਸੀ ਕਿ ਗੱਲਾਂ ਗੋਲ ਹੁੰਦੀਆਂ ਸਰਕਾਰ ਦੀਆਂ, ਉਵੇਂ ਲਾਦੇ ਵੀ ਵੱਡੇ ਹੁੰਦੇ ਨੇ। ਤਾਂ ਹੁਣ ਤੁਹਾਨੂੰ ਦੁਕਾਨ ਤੇ ਲੈ ਕੇ ਚੱਲਾਂਗੇ, ਜਿੱਥੇ ਨਿਰਮਲ ਸਿੰਘ ਆਪਦਾ ਹੀ ਰੋਜੀ ਰੋਟੀ, ਆਦਾ ਖਰਚਾ ਪਾਣੀ ਢਿੱਡ ਭਰਦੇ ਨੇ ਦੁਕਾਨ ਤੋਂ। ਲਗਭਗ 7 ਸਾਲ ਤੋਂ ਦੁਕਾਨ ਕੀਤੀ ਹੋਈ ਹੈ, ਤਾਂ ਤੁਹਾਨੂੰ ਦੁਕਾਨ ਤੇ ਲੈ ਕੇ ਚੱਲਦੇ ਹਾਂ ਨਿਰਮਲ ਦੀ। ਇਸ ਸਮੇਂ ਅਸੀਂ ਮੌਜੂਦ ਹਾਂ ਭਾਜੀ ਦੀ ਦੁਕਾਨ ਤੇ, ਨਿਰਮਲ ਜੀ ਦੀ ਜੋ ਮੋਬਾਈਲਾਂ ਦੀ ਦੁਕਾਨ ਹੈ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਭਾਜੀ ਦੀ ਦੁਕਾਨ ਦਿਖਾ ਦੇਣ, ਜੋ ਰੋਜੀ ਰੋਟੀ ਕਮਾ ਕੇ ਖਾਂਦੇ ਨੇ, ਇਸੇ ਦੁਕਾਨ ਤੇ ਖਾਂਦੇ ਨੇ। ਭਾਜੀ ਕਿੰਨਾ ਸਮਾਂ ਹੋ ਗਿਆ ਦੁਕਾਨ ਕੀਤੇ ਨੂੰ? ਭਾਜੀ ਮੈਨੂੰ 7 ਸਾਲ ਹੋ ਗਏ ਲਗਭਗ ਦੁਕਾਨ ਕਰਦੀ। ਤੇ ਇਹ ਕੰਮ ਫਿਰ ਮੋਬਾਈਲ ਦਾ ਕਿੱਥੋਂ ਸਿੱਖਿਆ? ਭਾਜੀ ਕੰਮ ਜਿੱਥੇ ਸਿੱਖਣ ਦੀ ਗੱਲ ਆ, ਸਿੱਖਿਆ ਤਾਂ ਨਹੀਂ,
ਥੋੜ੍ਹੀ ਬਹੁਤੀ ਯਾਰ ਦੋਸਤ ਮੁੰਡਾ ਇੱਥੇ ਹੈਗਾ ਸੀਗਾ, ਉਹ ਥੋੜ੍ਹੀ ਬਹੁਤੀ ਹੈਲਪ ਲਈ ਆ, ਪਰ ਕੰਮ ਮੈਂ ਖੁਦ ਹੀ ਹੌਲੀ ਹੌਲੀ ਆਪੇ ਹੀ ਪਹਿਲਾਂ ਰੀਚਾਰਜ ਤੋਂ ਕੰਮ ਸ਼ੁਰੂ ਕੀਤਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਫੋਨ ਇੱਦਾਂ ਖੁੱਲ੍ਹਣੇ ਸ਼ੁਰੂ ਕਰਤੇ, ਅਤੇ ਇਹ ਕਾਫੀ ਮੇਰਾ ਇੰਟਰਸਟ ਵੀ ਸੀਗਾ ਫੋਨਾਂ ਦੇ ਵਿੱਚ ਬਹੁਤ। ਜਿੱਦਾਂ ਜਿੱਦਾਂ ਕੰਮ ਅੱਗੇ ਅੱਗੇ ਤੁਰਿਆ ਗਿਆ, ਅਤੇ ਅੱਜ ਤਾਂ ਵਾਹਿਗੁਰੂ ਦੀ ਕਿਰਪਾ, ਜਿਹੜਾ ਮਰਜ਼ੀ ਫੋਨ ਆ ਜਾਏ ਕੋਈ ਚੱਕਰ ਹੀ ਨਹੀਂ, ਸਾਰੇ ਫੋਨ ਠੀਕ ਕਰ ਲੈਂਦੇ ਹੋ? ਕਰ ਲੈਂਦੇ। ਹਾਂਜੀ, ਸਾਰੇ ਆਈਫੋਨ ਵਗੈਰਾ ਵੀ ਓਕੇ ਰਿਪੋਰਟ ਹੈ। ਸਿੱਖਿਆ ਵੀ ਨਹੀਂ ਕਿਸੇ ਕੋਲ ਕੰਮ? ਸਿੱਖਿਆ ਵੀ ਕੁਛ ਨਹੀਂ, ਥੋੜ੍ਹਾ ਬਹੁਤਾ ਜਿੱਦਾਂ ਕਹਿੰਦੇ ਹੁੰਦੇ ਗੂਗਲ ਬਾਬਾ, ਗੂਗਲ ਤੋਂ ਸਿੱਖ ਕੇ YouTube? ਹਾਂਜੀ, ਗੂਗਲ ਤੋਂ ਸਹਾਰਾ ਲਿਆ। ਬਾਕੀ ਹੁਣ ਤਾਂ ਹੱਥ ਖੁੱਲਿਆ, ਹੁਣ ਤਾਂ ਕੋਈ ਚੱਕਰ ਹੀ ਨਹੀਂ। ਹਾਂਜੀ, ਅੱਜ ਕੱਲ੍ਹ ਨੌਜਵਾਨਾਂ ਦੇ ਵਿੱਚ ਤੁਹਾਨੂੰ ਪਤਾ, ਬਾਹਰ ਦਾ ਕੁੜੀ ਹੋਵੇ ਮੁੰਡਾ ਹੋਵੇ, ਬਾਕੀ ਉਹਨਾਂ ਦੇ ਪੇਰੈਂਟਸ ਦੇ ਵਿੱਚ ਦਿਮਾਗ 'ਚ ਵੀ ਇੱਕ ਹੀ ਗੱਲ ਫਿੱਟ ਆ ਵੀ ਸਾਡਾ ਮੁੰਡਾ ਬਾਹਰ ਫੋਰਨ, ਕੈਨੇਡਾ, ਅਮਰੀਕਾ, ਹੈ ਨਾ, USA ਜਾਵੇ। ਠੀਕ, ਪਰ ਮੇਰੇ ਮਨ 'ਚ ਕਦੀ ਇਹ ਗੱਲ ਨਹੀਂ ਆਈ। ਮੈਂ ਨਾ ਵੀ ਜਿਹੜਾ ਬੰਦਾ ਠੀਕ ਆ, ਕੁਛ ਹੱਦ ਤੱਕ ਯੂਥ ਸਹੀ ਵੀ ਆ, ਜਿੱਥੋਂ ਤੱਕ ਆਪਣੀਆਂ ਸਰਕਾਰਾਂ ਮਾੜੀਆਂ, ਕਿਸੇ ਨੂੰ ਜੋਬ ਨਹੀਂ, ਕਿਸੇ ਨੂੰ ਕੋਈ ਸਹੂਲਤ ਨਹੀਂ, ਸਿਰਫ ਆਪਣੇ ਆਪ 'ਚ ਹੀ ਲੱਗੀਆਂ ਹੋਈਆਂ ਲੜਾਈ ਕਰਨ। ਉਹਨਾਂ ਨੇ ਉਹਨੂੰ ਕਮੈਂਟ ਕਰਤਾ, ਉਹਨਾਂ ਨੇ ਉਹਨੂੰ ਕਮੈਂਟ ਕਰਤਾ, ਆਹੀ ਕੁਝ ਚੱਲੀ ਜਾਂਦਾ ਸਿਆਸਤ ਦੇ ਵਿੱਚ। ਪਰ ਜੇ ਕੰਮ ਕਰਨ ਵਾਲਾ ਇਨਸਾਨ ਹੋਵੇ ਹਿੰਮਤ ਨਾਲ, ਤਾਂ ਰੋਟੀ ਇੱਥੇ ਵੀ ਖਾਈ ਜਾ ਸਕਦੀ, ਐਡੀ ਕੋਈ ਵੱਡੀ ਗੱਲ ਨਹੀਂ ਹੈਗੀ। ਇੱਥੇ ਵੀ ਬਹੁਤ ਕੰਮ ਹੈ ਇੰਡੀਆ 'ਚ। ਪੰਜਾਬ ਆਪਣਾ ਸੋਨੇ ਦੀ ਚਿੜੀ ਆ, ਪਰ ਕੁਛ ਐਸੇ ਵਿੱਚ ਪਰਸਨਾਂ ਦੇ ਜ਼ਹਿਰ ਘੁਲ ਗਈ ਆ ਜੋ ਖਰਾਬ ਕਰੀ ਜਾਂਦੀ ਸਾਰਾ ਸਿਸਟਮ। ਕਹਿੰਦੇ ਵੀ ਮੇਰਾ ਜੋ ਹੈਂਡੀਕੈਪ ਦਾ ਸਰਟੀਫਿਕੇਟ ਬਣਿਆ ਹੋਇਆ ਨਾ ਜੀ, ਉਹ 100% ਦਾ ਬਣਾਇਆ ਹੋਇਆ ਡਾਕਟਰ ਨੇ। ਇਸ 'ਤੇ ਮੇਰੀ ਡਾਕਟਰ ਨਾਲ ਬਹਿਸ ਵੀ ਹੋਈ ਸੀ 2-3 ਵਾਰ। ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ ਕਿ 100% ਆਪਾਂ ਹੈਂਡੀਕੈਪ ਉਸ ਪਰਸਨ ਨੂੰ ਕਹਿ ਸਕਦੇ ਹਾਂ ਜਿਹੜਾ ਇੱਕ ਬੁਰਕੀ ਤੋੜ ਕੇ ਵੀ ਆਪਦੇ ਮੂੰਹ 'ਚ ਨਹੀਂ ਪਾ ਸਕਦਾ, ਲੇਕਿਨ ਮੈਂ ਤਾਂ ਖੁਦ ਆਪਣਾ ਸਾਰਾ ਕੰਮ ਆਪ ਕਰਦਾ, ਮੈਂ ਕਿਸੇ 'ਤੇ ਡਿਪੈਂਡ ਨਹੀਂ ਹੈਗਾ। ਮੈਂ ਗੱਡੀ ਵੀ ਚਲਾ ਲੈਂਦਾ, ਬਾਈਕ ਵੀ ਚਲਾ ਲੈਂਦਾ, ਦੁਕਾਨ ਵੀ ਕਰ ਰਿਹਾ। ਅਤੇ ਹੁਣ ਮੈਂ ਇਹੀ ਮਤਲਬ ਕਿ ਸਿਹਤ ਵਿਭਾਗ ਅੱਗੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਮੇਰਾ ਇਹ ਹੈਂਡੀਕੈਪ ਦਾ ਬਣਿਆ ਹੋਇਆ 100% ਬਣਿਆ ਹੋਇਆ ਹੈਂਡੀਕੈਪ ਦਾ ਸਰਟੀਫਿਕੇਟ, ਇਹ ਦੇਖ ਸਕਦੇ ਹੋ ਤੁਸੀਂ। ਇਹ ਡਾਕਟਰ ਨਾਲ ਮੇਰੀ ਇਸ ਗੱਲ 'ਤੇ 2-3 ਵਾਰਾਂ ਬਹਿਸ ਹੋਈ ਸੀ। ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਮੈਂ ਹੈਂਡੀਕੈਪ ਨਹੀਂ, 100% ਹੈਂਡੀਕੈਪ ਨਹੀਂ ਆ। ਇਹ ਮੇਰਾ ਜਿਹੜਾ ਸਰਟੀਫਿਕੇਟ ਹੈ ਇਹ 80-85% ਕਰ ਦਿੱਤਾ ਜਾਵੇ, ਤਾਂ ਜੋ ਮੇਰਾ ਜਿਹੜਾ ਜੋਬ ਦੇ ਵਿੱਚ ਇਹ ਸਭ ਤੋਂ ਵੱਡਾ ਅੜਿੱਕਾ ਬਣਦਾ ਪਿਆ। ਹੁਣ ਕਿਤੇ ਵੀ ਆਪਾਂ ਜੋਬ ਅਪਲਾਈ ਕਰਦੇ ਹਾਂ ਤਾਂ ਇਹ ਸਰਟੀਫਿਕੇਟ ਮੈਂ ਨਾਲ ਲਗਾਉਣਾ, ਤਾਂ ਅਗਲਾ ਇਹੀ ਸੋਚਦਾ ਹੈ ਕਿ ਜਿਹੜਾ 100% ਬੰਦਾ ਹੈਂਡੀਕੈਪ ਹੈ ਉਹ ਕੀ ਜੋਬ ਕਰੂਗਾ, ਅਤੇ ਆਪਾਂ ਕੀ ਇਹਨੂੰ ਮਤਲਬ ਜੋਬ ਦੇਵਾਂਗੇ। ਤੁਸੀਂ ਲਾਇਸੈਂਸ ਨਹੀਂ ਦਿਖਾਇਆ ਵੀ ਲਾਇਸੈਂਸ ਤੁਹਾਡਾ ਬਣਿਆ ਹੋਇਆ, ਵੀ 100% ਕਿਉਂ ਲਿਖਤਾ? ਲਾਇਸੈਂਸ ਤੋਂ ਇਹ ਪਹਿਲਾਂ ਦਾ ਬਣਿਆ ਹੋਇਆ, ਇਹ ਜਿਹੜਾ ਮੇਰਾ ਬਣਿਆ ਹੋਇਆ ਨਾ, ਇਹ ਮਤਲਬ ਕਿ ਸਰਟੀਫਿਕੇਟ ਇਹ ਬਣਿਆ ਹੋਇਆ 12-13 ਦੇ ਵਿੱਚ ਬਣਾਇਆ ਸੀ ਮੈਂ, ਅਤੇ ਜਿਹੜਾ ਮੇਰਾ ਲਾਇਸੈਂਸ ਬਣਿਆ ਹੈ ਉਹ ਤਾਂ ਮੇਰਾ ਸਰ ਬਣਿਆ 16 ਦੇ ਵਿੱਚ। ਫਿਰ ਦੁਬਾਰਾ ਕਿਹਾ ਡਾਕਟਰ ਨੂੰ ਜਾ ਕੇ ਵੀ ਮੇਰਾ ਠੀਕ ਕਰੋ ਇਹਨੂੰ? ਪਹਿਲਾਂ ਫਾਈਲ ਭਰੀ ਸੀ ਅਤੇ ਉਹਨਾਂ ਨੇ ਉਦੋਂ ਵੀ 100% ਲਿਖਤਾ। ਮੈਂ ਉੱਥੇ ਜਮ੍ਹਾਂ ਨਹੀਂ ਕਰਾਈ ਸੀ, ਮੈਂ ਵਾਪਸ ਲਿਆਇਆ ਸੀ, ਪਾੜਤੀ ਸੀ ਉਹ ਫਾਈਲ ਮੈਂ। ਉਸ ਤੋਂ ਬਾਅਦ ਮੈਂ ਫੇਰ ਗਿਆ, ਫੇਰ ਬਹਿਸ ਕੀਤੀ ਡਾਕਟਰ ਨਾਲ, ਲੇਕਿਨ ਉਹਨਾਂ ਨੇ ਫਿਰ ਵੀ 100 ਹੀ ਲਿਖਿਆ। ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ 100 ਨਹੀਂ ਹਾਂ। 100 ਤਾਂ ਉਹੀ ਬੰਦਾ ਹੋਊਗਾ ਨਾ, 100 ਤਾਂ ਆਪਾਂ ਉਹੀ ਕਹਿ ਸਕਦੇ ਹਾਂ ਕਿ ਯਾਰ ਜਮਾਂ ਹੀ ਕੋਈ ਬੇਕਾਰ ਆ ਬੰਦਾ, ਕੁਛ ਨਹੀਂ ਕਰ ਸਕਦਾ। ਹੁਣ ਤੁਸੀਂ ਤਾਂ ਸਭ ਕੁਝ ਦੇਖਿਆ ਵੀ ਆਪਾਂ ਤਾਂ ਗੱਡੀ ਵੀ ਚਲਾ ਲਈ ਦੀ ਹੈ। ਤੇ ਸਾਡੇ ਨਾਲ ਮੌਜੂਦ ਨਿਰਮਲ ਸਿੰਘ, ਦੁਕਾਨ ਵੀ ਤੁਸੀਂ ਇਹਨਾਂ ਦੀ ਦੇਖਦੇ ਹੋ, ਅਸੀਂ ਦੁਕਾਨ ਵਿੱਚ ਮੌਜੂਦ ਆ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ ਕਿ ਇੱਕ ਤਾਂ ਲਾਇਸੈਂਸ ਬਣਿਆ ਹੋਇਆ, ਆਰਟੀਓ ਦੇ ਪੇਸ਼ ਹੋ ਗਈ ਸੀ, ਗੱਡੀ ਇਹਨਾਂ ਨੇ ਮੋਡੀਫਾਈ ਕਰਾਈ, ਆਰਟੀਓ ਕੋਲ ਗਏ, ਆਰਟੀਓ ਨੂੰ ਜਾ ਕੇ ਕਿਹਾ ਕਿ ਮੈਂ ਗੱਡੀ ਚਲਾ ਸਕਦਾ, ਤੁਸੀਂ ਮੇਰੀ ਟਰਾਈ ਲੈ ਸਕਦੇ ਹੋ। ਉਹ ਫਿਰ ਅਫਸਰਾਂ ਨੇ ਜਾ ਕੇ ਟਰਾਈ ਲਈ ਸੜਕਾਂ ਦੇ ਉੱਤੇ, ਬਾਜ਼ਾਰਾਂ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਦਾ ਲਾਇਸੈਂਸ ਬਣ ਗਿਆ। ਲਾਇਸੈਂਸ ਬਣ ਗਿਆ, ਹੁਣ ਗੱਲ ਆ ਗਈ ਰੋਜੀ ਰੋਟੀ ਦੀ। ਰੋਜੀ ਰੋਟੀ ਕਿਵੇਂ ਖਾਣੀ ਹੈ? ਤਾਂ ਦੁਕਾਨ ਤੋਂ ਕੰਮ ਸ਼ੁਰੂ ਕੀਤਾ, ਲਗਭਗ 7 ਸਾਲ ਹੋ ਗਏ। ਔਰ ਉਸ ਤੋਂ ਵੱਡੀ ਗੱਲ ਹੈ ਕਿ BSc ਕੀਤੀ ਹੋਈ ਹੈ, ਨੌਕਰੀ ਨਹੀਂ ਕਿਤੇ ਮਿਲੀ। ਫਿਰ ਘਰ ਦਾ ਗੁਜ਼ਾਰਾ ਕਰਨ ਵਾਸਤੇ ਜਾਂ ਆਪਣਾ ਪੇਟ ਪਾਲਣ ਵਾਸਤੇ ਘਰਦਿਆਂ ਦੇ ਉੱਤੇ ਬੋਝ ਨਹੀਂ ਬਣਿਆ ਨੌਜਵਾਨ, ਤਾਂ ਦੁਕਾਨ ਸ਼ੁਰੂ ਕੀਤੀ। ਅੱਜ ਦੁਕਾਨ 7-8 ਸਾਲ ਹੋ ਗਏ। ਜਿੰਨੇ ਵੀ ਮਹੀਨੇ 'ਚ ਪੈਸੇ ਆਉਂਦੇ ਨੇ ਉਸ ਨਾਲ ਗੁਜ਼ਾਰਾ ਚੱਲਦਾ ਤੇ ਵਧੀਆ ਨੌਜਵਾਨ ਖਾ ਰਿਹਾ। ਤਾਂ ਇਹ ਮੋਟੀਵੇਸ਼ਨਲ ਵੀਡੀਓ ਹੈ, ਇਹ ਮੋਟਿਵ ਕਰਦਾ ਨਿਰਮਲ ਸਿੰਘ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਕਿ ਪੰਜਾਬ ਵਿੱਚ ਕੰਮ ਨਹੀਂ ਕੀਤਾ ਜਾ ਸਕਦਾ। ਇਹ ਦੂਜੇ ਪਾਸੇ ਵੀ ਗੱਲ ਮੰਨਣੀ ਪੈਣੀ ਹੈ ਕਿ ਨੌਕਰੀਆਂ ਨਹੀਂ ਹੈਗੀਆਂ, ਪਰ ਜੇ ਬੰਦਾ ਕੋਈ ਠਾਣ ਲੈਂਦਾ ਵੀ ਅਸੀਂ ਕੰਮ ਕਰਨਾ, ਉਹ ਕੰਮ ਵੀ ਕੀਤਾ ਜਾ ਸਕਦਾ। ਤਾਂ ਕਦੀ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਿਆ ਕਿ ਮੈਂ ਸਰੀਰ ਪੱਖੋਂ ਪੂਰਾ ਨਹੀਂ ਹੈਗਾ। ਦਿਮਾਗ ਪੂਰਾ ਕੰਮ ਕਰਦਾ ਹੋਵੇ ਬੰਦੇ ਦਾ, ਤਾਂ ਕਹਿੰਦੇ ਵੀ ਸਰੀਰ ਤੋਂ ਵੱਧ ਉਹ ਸੋਚ ਵੀ ਸਕਦਾ ਤੇ ਉਹੀ ਦਿਮਾਗ ਬਿਜ਼ਨਸ ਵੀ ਚਲਾ ਸਕਦਾ। ਤੇ ਕਈ ਨੌਜਵਾਨ ਇਹੋ ਜਿਹੇ ਵੀ ਹੈਗੇ ਨੇ ਜੋ ਫਿਜ਼ੀਕਲੀ ਫਿੱਟ ਹੁੰਦੇ ਨੇ, ਸਰੀਰਕ ਪੱਖੋਂ ਫਿੱਟ ਹੁੰਦੇ ਨੇ, ਪਰ ਉਹ ਸੋਚਦੇ ਨੇ ਕਿ ਯਾਰ ਮੈਂ ਤਾਂ ਕੰਮ ਨਹੀਂ ਕਰ ਸਕਦਾ, ਮੈਂ ਕੰਮ ਨਹੀਂ ਕਰਨਾ। ਤਾਂ ਕਈਆਂ ਨੂੰ ਤਾਂ ਮੰਗਣ ਦੀ ਵੀ ਆਦਤ ਹੁੰਦੀ ਹੈ। ਆਪਾਂ ਦੇਖਦੇ ਹਾਂ ਕਿ ਅਲੱਗ-ਅਲੱਗ ਸਟੇਟਾਂ ਵਿੱਚ ਜਾਂ
ਬਾਕੀ ਜਗ੍ਹਾ ਦੇ ਉੱਤੇ ਮੰਗਤੇ ਵੀ ਹੁੰਦੇ ਨੇ ਜੋ ਮੰਗ ਕੇ ਖਾਂਦੇ ਨੇ, ਜਿਨ੍ਹਾਂ ਦਾ ਸਰੀਰ ਵੀ ਪੂਰੀ ਤਰ੍ਹਾਂ ਸੈੱਟ ਹੁੰਦਾ। ਤਾਂ ਇੱਕ ਮਿਸਾਲ ਜ਼ਰੂਰ ਨੇ ਨਿਰਮਲ ਸਿੰਘ। ਤਾਂ ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।